सत श्री अकाल। तुसीं देख रहे हैं पंजाब मेल यूएसए टीवी। मैं वरुण कौर मान। खबरां दे बुलेटिन दे विच तुहाडा स्वागत। खबरां दे बुलेटिन दे स्पॉन्सर रियल्टर गुरजतिंदर सिंह रंधावा। इन्हां तो हर तरीके की प्रॉपर्टी खरीदी वेची जा सकती है। इन्हां दे फोन नंबर तुसीं स्क्रीन ते देख सकते हो। ते हुण पेश ने पहलां चुणवीआं खबरां। हुण नौकरी गवा चुके H1B धारकां नूं नहीं छड्डना पवेगा अमेरिका। USCIS ने 4 ऑप्शनस बारे दित्ती जानकारी। अमेरिका नूं ਵਿੱਤੀ साल 2024 ਲਈ ਲੋੜੀਂਦੀਆਂ H1B ਵੀਜ਼ਾ ਅਰਜ਼ੀਆਂ ਪ੍ਰਾਪਤ। ਅਮਰੀਕਾ 'ਚ ਟਿਕਟੌਕ ਤੇ ਪਾਬੰਦੀ ਲਗਾਉਣ ਦੇ ਬਿੱਲ ਦੇ ਹੱਕ ਵਿੱਚ ਬਾਈਡਨ। ਗੋਲੀਬਾਰੀ ਨਾਲ ਫਿਰ ਦਹਿਲਿਆ ਅਮਰੀਕਾ। ਸਕੂਲ ਵਿੱਚ ਫਾਇਰਿੰਗ 3 ਬੱਚਿਆਂ ਸਮੇਤ 7 ਦੀ ਮੌਤ। ਅਮਰੀਕਾ ਸਕੂਲ ਵਿੱਚ ਗੋਲੀਬਾਰੀ ਦੀ CCTV ਫੁਟੇਜ ਆਈ ਸਾਹਮਣੇ। ਸ਼ਰੇਆਮ ਫਾਇਰਿੰਗ ਕਰ ਰਿਹਾ ਹਮਲਾਵਰ। यूके च रहिंदे पंजाबियों लई खुशखबरी। अमृतसर तो लंडन दे लई सीधी फ्लाइट शुरू। माण वाली गल, अमेरिका च भारती मूल दी सिख मनमीत ने सहायक पुलिस मुखी वजों चुकी सौं। आदमपुर हवाई अड्डे तो जल्दी शुरू होणगियां उड़ाणां। सोम प्रकाश होना दा बयान। ते हुण इन्हां खबरां दा विस्तार। अमेरिका कनेडा सने देश विदेश दीआं होर बहुत सारियां खबरां। ਟੈਕਨੋਲੋਜੀ ਖੇਤਰ ਵਿੱਚ ਵੱਡੇ ਪੱਧਰ ਤੇ ਸ਼ਾਂਤੀ ਦੇ ਦਰਮਿਆਨ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਕਿਹਾ ਕਿ ਇਹ ਮੰਨਣਾ ਗਲਤ ਹੈ ਕਿ H1B ਵੀਜ਼ਾ ਧਾਰਕਾਂ ਨੂੰ ਨੌਕਰੀ ਤੋਂ ਕੱਢੇ ਜਾਣ ਤੇ 60 ਦਿਨਾਂ ਦੇ ਅੰਦਰ ਦੇ ਛੱਡਣਾ ਪੈਂਦਾ ਹੈ। ਹਾਲਾਂਕਿ ਉਹਨਾਂ ਦੇ ਕੋਲ ਦੇਸ਼ ਵਿੱਚ ਰਹਿਣ ਦੇ ਕਈ ਵਿਕਲਪ ਨੇ। ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟੱਡੀਜ਼ ਨੂੰ ਲਿਖੇ ਇੱਕ ਪੱਤਰ ਦੇ ਵਿੱਚ USCIS ਦੇ ਨਿਰਦੇਸ਼ਕ ਊਰ ਨੇ ਕਿਹਾ ਜਦੋਂ ਗੈਰ ਪ੍ਰਵਾਸੀ ਕਾਮਿਆਂ ਨੂੰ ਨੌਕਰੀ ਤੋਂ ਕੱਢਿਆ ਜਾਂਦਾ ਹੈ ਤਾਂ ਉਹਨਾਂ ਨੂੰ ਆਪਣੇ ਵਿਕਲਪਾਂ ਬਾਰੇ ਪਤਾ ਨਹੀਂ ਹੁੰਦਾ ਅਤੇ ਕੁਝ ਮਾਮਲਿਆਂ ਦੇ ਵਿੱਚ ਗਲਤ ਤਰੀਕੇ ਦੇ ਨਾਲ ਇਹ ਮੰਨ ਲਿਆ ਜਾਂਦਾ ਹੈ ਕਿ ਉਹਨਾਂ ਦੇ ਕੋਲ 60 ਦਿਨਾਂ ਦੇ ਅੰਦਰ ਦੇਸ਼ ਛੱਡਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ। ਨੌਕਰੀ ਤੋਂ ਕੱਢੇ ਗਏ H1B ਵੀਜ਼ਾ ਧਾਰਕਾਂ ਦੇ ਲਈ ਕੰਮ ਕਰ ਰਹੇ ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟੱਡੀਜ਼ ਦੇ ਨਾਲ ਹੀ ਵਿੱਚ USCIS ਨੂੰ ਟੈਕਨੋਲੋਜੀ ਖੇਤਰ 'ਚ ਛਾਂਟੀ ਦੇ ਪ੍ਰਭਾਵਾਂ ਬਾਰੇ ਪੱਤਰ ਲਿਖਿਆ ਸੀ ਅਤੇ ਦੇਸ਼ ਛੱਡਣ ਦੇ ਲਈ 60 ਦਿਨਾਂ ਦੀ ਮਿਆਦ ਵਧਾਉਣ ਦੀ ਬੇਨਤੀ ਕੀਤੀ ਸੀ। USCIS ਨੇ ਕਿਹਾ ਅਸੀਂ ਟੈਕਨੋਲੋਜੀ ਖੇਤਰ ਵਿੱਚ ਨੌਕਰੀ ਤੋਂ ਕੱਢੇ ਗਏ ਲੋਕਾਂ ਦੀ ਸਮੱਸਿਆ ਤੋਂ ਖਾਸ ਤੌਰ ਤੇ ਜਾਣੂ ਹਾਂ। USCIS ਦੇ ਅਨੁਸਾਰ ਜਦੋਂ ਗੈਰ ਪ੍ਰਵਾਸੀ ਕਾਮੇ ਆਪਣੀ ਮਰਜ਼ੀ ਦੇ ਨਾਲ ਜਾਂ ਮਰਜ਼ੀ ਦੇ ਬਿਨਾਂ ਆਪਣੀ ਨੌਕਰੀ ਛੱਡ ਦਿੰਦੇ ਨੇ ਤਾਂ ਉਹਨਾਂ ਦੇ ਕੋਲ ਆਮ ਤੌਰ ਤੇ 4 ਵਿਕਲਪ ਹੁੰਦੇ ਨੇ। ਇਹਨਾਂ ਵਿੱਚ ਗੈਰ ਪ੍ਰਵਾਸੀ ਸਥਿਤੀ ਨੂੰ ਬਦਲਣ ਦੇ ਲਈ ਅਰਜ਼ੀ ਦਾਇਰ ਕਰਨਾ ਅਤੇ ਸਥਿਤੀ ਦੀ ਵਿਵਸਥਾ ਦੇ ਲਈ ਅਰਜ਼ੀ ਦਾਇਰ ਕਰਨਾ ਸ਼ਾਮਲ ਹੈ। USCIS ਨੇ ਕਿਹਾ ਕਿ ਉਹ ਮਜਬੂਰ ਹਾਲਾਤਾਂ ਵਿੱਚ ਰੁਜ਼ਗਾਰ ਅਧਿਕਾਰ ਦਸਤਾਵੇਜ਼ ਦੇ ਲਈ ਇੱਕ ਅਰਜ਼ੀ ਵੀ ਦਾਇਰ ਕਰ ਸਕਦੇ ਨੇ ਜਾਂ ਰੁਜ਼ਗਾਰ ਦਾਤਾ ਨੂੰ ਬਦਲਣ ਦੀ ਬੇਨਤੀ ਕਰ ਸਕਦੇ ਨੇ। USCIS ਨੇ ਇੱਕ ਪੱਤਰ 'ਚ ਕਿਹਾ ਜੇਕਰ ਇਹਨਾਂ ਦੇ ਵਿੱਚੋਂ ਕੋਈ ਇੱਕ ਕਾਰਵਾਈ 60 ਦਿਨਾਂ ਦੀ ਮਿਆਦ ਦੇ ਅੰਦਰ ਕੀਤੀ ਜਾਂਦੀ ਹੈ ਤਾਂ ਗੈਰ ਪ੍ਰਵਾਸੀ ਅਧਿਕਾਰਤ ਤੌਰ ਤੇ 60 ਦਿਨਾਂ ਤੋਂ ਵੱਧ ਸਮੇਂ ਦੇ ਲਈ ਅਮਰੀਕਾ 'ਚ ਰਹਿ ਸਕਦੇ ਨੇ ਭਾਵੇਂ ਉਹ ਆਪਣੀ ਪੁਰਾਣੀ ਗੈਰ ਪ੍ਰਵਾਸੀ ਦੀ ਸਥਿਤੀ ਨੂੰ ਗਵਾ ਚੁੱਕੇ ਹੋਣ। USCIS ਦੇ ਅਨੁਸਾਰ ਜੇਕਰ ਕਰਮਚਾਰੀ ਰਿਆਇਤ ਮਿਆਦ ਦੇ ਅੰਦਰ ਕਾਰਵਾਈ ਨਹੀਂ ਕਰਦਾ ਹੈ ਤਾਂ ਉਹਨਾਂ ਨੂੰ ਅਤੇ ਉਹਨਾਂ ਦੇ ਆਸ਼ਰਿਤਾਂ ਨੂੰ 60 ਦਿਨਾਂ ਦੇ ਅੰਦਰ ਜਾਂ ਉਹਨਾਂ ਦੀ ਅਧਿਕਾਰਤ ਵੈਧ ਮਿਆਦ ਸਮਾਪਤ ਹੋਣ ਤੇ ਅਮਰੀਕਾ ਛੱਡਣਾ ਪੈ ਸਕਦਾ ਹੈ। US ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾ ਨੇ ਇਹ ਵੀ ਦੱਸਿਆ ਕਿ ਵਿੱਤੀ ਸਾਲ 2024 ਲਈ H1B ਵੀਜ਼ਾ ਦੀ ਕਾਰਵਾਈ ਪ੍ਰਕਿਰਿਆ ਅਕਤੂਬਰ ਤੋਂ शुरू हो चुकी है ते सारे योग बिनेकारां नूं इस बारे सूचित कर दिता गया। अमेरिका नूं ਵਿੱਤੀ साल 2024 ਦੇ ਲਈ ਕਾਂਗਰਸ ਵੱਲੋਂ ਲਾਜ਼ਮੀ 65,000 H1B ਵੀਜ਼ਾ ਕੈਪ ਤੱਕ ਪਹੁੰਚਣ ਦੇ ਲਈ ਲੋੜੀਂਦੀਆਂ ਅਰਜ਼ੀਆਂ ਪ੍ਰਾਪਤ ਹੋਈਆਂ ਨੇ। US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਸੋਮਵਾਰ ਨੂੰ ਕਿਹਾ ਕਿ ਸ਼ੁਰੂਆਤੀ ਰਜਿਸਟ੍ਰੇਸ਼ਨ ਮਿਆਦ ਦੌਰਾਨ ਵਿੱਤੀ ਸਾਲ 2024 H1B ਸੰਖਿਆਤਮਕ ਵੰਡ ਤੱਕ ਪਹੁੰਚਣ ਦੇ ਲਈ ਉਸ ਨੂੰ ਕਾਫੀ ਇਲੈਕਟ੍ਰੋਨਿਕ ਰਜਿਸਟ੍ਰੇਸ਼ਨ ਪ੍ਰਾਪਤ ਹੋਈ ਨੇ ਜਿਸ ਵਿੱਚ ਐਡਵਾਂਸ ਡਿਗਰੀ ਛੋਟ ਵੀ ਸ਼ਾਮਲ ਹੈ। USCIS ਨੇ ਕਿਹਾ ਕਿ ਅਸੀਂ ਕੈਪ ਤੱਕ ਪਹੁੰਚਣ ਦੇ ਲਈ ਸਹੀ ਢੰਗ ਦੇ ਨਾਲ ਜਮ੍ਹਾਂ ਕਰਵਾਈਆਂ ਰਜਿਸਟ੍ਰੇਸ਼ਨਸ ਵਿੱਚੋਂ ਚੋਣਵੇਂ ਢੰਗ ਦੇ ਨਾਲ ਚੁਣਿਆ ਹੈ ਅਤੇ ਚੁਣੇ ਹੋਏ ਰਜਿਸਟ੍ਰੇਸ਼ਨਸ ਵਾਲੇ ਸਾਰੇ ਸੰਭਾਵੀ ਪਟੀਸ਼ਨਰਾਂ ਨੂੰ ਸੂਚਿਤ ਕੀਤਾ ਹੈ ਕਿ ਉਹ ਲਾਗੂ ਚੁਣੀ ਗਈ ਰਜਿਸਟ੍ਰੇਸ਼ਨ ਵਿੱਚ ਨਾਮਤ ਲਾਭਪਾਤਰੀ ਲਈ ਇੱਕ H1B ਕੈਪ ਵਿਸ਼ਾ ਪਟੀਸ਼ਨ ਦਾਇਰ ਕਰਨ ਦੇ ਯੋਗ ਨੇ। FY 2024 ਲਈ H1B ਕੈਪ ਵਿਸ਼ਾ ਪਟੀਸ਼ਨਾਂ ਜਿਨ੍ਹਾਂ ਦੇ ਵਿੱਚ ਐਡਵਾਂਸ ਡਿਗਰੀ ਛੋਟ ਦੇ ਲਈ ਯੋਗ ਪਟੀਸ਼ਨਾਂ ਸ਼ਾਮਲ ਨੇ। USCIS ਨੇ ਕਿਹਾ ਕਿ ਅਸੀਂ ਕੈਪ ਤੱਕ ਪਹੁੰਚਣ ਦੇ ਲਈ ਸਹੀ ਢੰਗ ਨਾਲ ਜਮ੍ਹਾਂ ਕਰਵਾਈਆਂ ਗਈਆਂ ਰਜਿਸਟ੍ਰੇਸ਼ਨਾਂ ਵਿੱਚ ਚੋਣਵੇਂ ਢੰਗ ਨਾਲ ਚੁਣਿਆ ਹੈ ਅਤੇ ਚੁਣੇ ਹੋਏ ਰਜਿਸਟ੍ਰੇਸ਼ਨਸ ਵਾਲੇ ਸਾਰੇ ਸੰਭਾਵੀ ਪਟੀਸ਼ਨਰ ਨੂੰ ਸੂਚਿਤ ਕੀਤਾ ਹੈ ਕਿ ਉਹ ਲਾਗੂ
ਚੁਣੀ ਗਈ ਰਜਿਸਟ੍ਰੇਸ਼ਨ ਦੇ ਵਿੱਚ ਨਾਮਤ ਲਾਭਪਾਤਰੀ ਲਈ ਇੱਕ H1B ਕੈਪ ਪਟੀਸ਼ਨ ਦਾਇਰ ਕਰਨ ਦੇ ਯੋਗ ਨੇ FY 2024 ਲਈ। H1B ਕੈਪ ਵਿਸ਼ਾ ਪਟੀਸ਼ਨਾਂ ਜਿਨ੍ਹਾਂ ਵਿੱਚ ਐਡਵਾਂਸ ਡਿਗਰੀ ਛੋਟ ਲਈ ਯੋਗ ਪਟੀਸ਼ਨਾਂ ਸ਼ਾਮਲ ਨੇ USCIS ਦੇ ਕੋਲ 1 ਅਪ੍ਰੈਲ 2023 ਤੋਂ ਦਾਇਰ ਕੀਤੀਆਂ ਜਾ ਸਕਦੀਆਂ ਨੇ ਜੇਕਰ ਇਹ ਇੱਕ ਵੈਧ ਚੁਣੀ ਹੋਈ ਰਜਿਸਟ੍ਰੇਸ਼ਨ ਤੇ ਆਧਾਰਿਤ ਹੈ। ਸਿਰਫ ਚੁਣੀਆਂ ਗਈਆਂ ਰਜਿਸਟ੍ਰੇਸ਼ਨਸ ਵਾਲੇ ਪਟੀਸ਼ਨਰ FY 2024 ਲਈ H1B ਕੈਪ ਵਿਸ਼ਾ ਪਟੀਸ਼ਨ ਦਾਇਰ ਕਰ ਸਕਦੇ ਨੇ ਅਤੇ ਇਹ ਸਿਰਫ ਚੁਣੇ ਗਏ ਰਜਿਸਟ੍ਰੇਸ਼ਨਸ ਨੋਟਿਸ ਵਿੱਚ ਨਾਮ ਦਿੱਤੇ ਲਾਭਪਾਤਰੀ ਲਈ ਹੈ। ਇੱਥੇ ਦੱਸ ਦਈਏ ਕਿ H1B ਇੱਕ ਗੈਰ ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਪੇਸ਼ਿਆਂ ਵਿੱਚ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਆਗਿਆ ਦਿੰਦਾ ਹੈ। ਇਸ ਲਈ ਸਿਧਾਂਤਕ ਜਾਂ ਤਕਨੀਕੀ ਮਹਾਰਤ ਦੀ ਲੋੜ ਹੁੰਦੀ ਹੈ। ਇਹ ਭਾਰਤੀਆਂ ਸਮੇਤ ਵਿਦੇਸ਼ੀ ਪੇਸ਼ੇਵਰਾਂ ਵਿੱਚ ਸਭ ਤੋਂ ਵੱਧ ਮੰਗਿਆ ਜਾਣ ਵਾਲਾ ਵਰਕ ਵੀਜ਼ਾ ਹੈ। ਅਮਰੀਕੀ ਸੈਨੇਟ ਦੀ ਖੁਫੀਆ ਕਮੇਟੀ ਦੇ ਚੇਅਰਮੈਨ ਮਾਰਕ ਨੇ ਕਿਹਾ ਕਿ ਰਾਸ਼ਟਰਪਤੀ ਜੋ ਬਾਈਡਨ ਸੁਰੱਖਿਆ ਕਾਰਨਾਂ ਕਰਕੇ ਚੀਨੀ ਵੀਡੀਓ ਸ਼ੇਅਰਿੰਗ ਐਪ ਟਿਕਟੌਕ ਤੇ ਪਾਬੰਦੀ ਲਗਾਉਣ ਦੇ ਲਈ ਦੋ ਪੱਖੀ ਬਿੱਲ ਦੇ ਹੱਕ ਵਿੱਚ ਨੇ। CBS ਦੇ ਫੇਸ ਦਾ ਨੇਸ਼ਨ ਸ਼ੋਅ ਤੇ ਪੁੱਛੇ ਜਾਣ ਤੇ ਕੀ ਅਮਰੀਕੀ ਸਰਕਾਰ ਡਰਾਫਟ ਕਾਨੂੰਨ ਪਾਸ ਕਰਨਾ ਚਾਹੁੰਦੀ ਹੈ ਤੇ ਵਾਰਨਰ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਬਾਈਡਨ ਪ੍ਰਸ਼ਾਸਨ ਇਸ ਬਿੱਲ ਦੇ ਹੱਕ 'ਚ ਹੈ। ਉਹਨਾਂ ਨੇ ਕਿਹਾ ਕਿ ਅਮਰੀਕੀ ਵਿਦੇਸ਼ ਮਾਮਲਿਆਂ ਦੀ ਕਮੇਟੀ ਨੇ ਮਾਰਚ ਦੇ ਸ਼ੁਰੂ ਵਿੱਚ ਇੱਕ ਬਿੱਲ ਨੂੰ ਮਨਜ਼ੂਰੀ ਦਿੱਤੀ ਸੀਗੀ ਜੋ ਅਮਰੀਕੀ ਸਰਕਾਰ ਨੂੰ ਟਿਕਟੌਕ ਜਾਂ ਰਾਸ਼ਟਰੀ ਸੁਰੱਖਿਆ ਦੇ ਲਈ ਖਤਰਾ ਸਮਝੇ ਜਾਣ ਵਾਲੇ ਕਿਸੇ ਹੋਰ ਵਿਦੇਸ਼ੀ ਐਪ ਤੇ ਪਾਬੰਦੀ ਲਗਾਉਣ ਦੀ ਆਗਿਆ ਦੇਗੀ। ਉਸਨੇ ਕਿਹਾ ਕਿ ਟਿਕਟੌਕ ਨਾ ਕੇਵਲ US ਉਪਭੋਗਤਾਵਾਂ ਦੀ ਗੋਪਨੀਯਤਾ ਨੂੰ ਖਤਰੇ 'ਚ ਪਾ ਸਕਦਾ ਹੈ ਬਲਕਿ ਇਹ ਇੱਕ ਪ੍ਰਚਾਰ ਸਾਧਨ ਵੀ ਹੋ ਸਕਦਾ ਹੈ। ਮੇਰਾ ਸਭ ਤੋਂ ਵੱਡਾ ਡਰ ਇਹ ਹੈ ਕਿ ਚੈਨਲ ਨੂੰ ਪ੍ਰਚਾਰ ਦੇ ਉਦੇਸ਼ਾਂ ਜਾਂ ਗਲਤ ਜਾਣਕਾਰੀ ਦੇ ਲਈ ਕਿਵੇਂ ਵਰਤਿਆ ਜਾ ਸਕਦਾ ਹੈ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਨੇ ਬਿੱਲ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਸੰਵੇਦਨਸ਼ੀਲ ਟੈਕਨੋਲੋਜੀ ਖੇਤਰਾਂ ਦੇ ਵਿੱਚ ਚਿੰਤਾ ਤੋਂ ਸੁਰੱਖਿਆ ਪ੍ਰਦਾਨ ਕਰ ਸਕਦਾ ਹੈ। ਅਮਰੀਕਾ ਵਿੱਚ ਮੌਜੂਦਾ ਸਮੇਂ ਵਿੱਚ 1.5 ਕਰੋੜ ਤੋਂ ਵੱਧ ਟਿਕਟੌਕ ਦੇ ਯੂਜ਼ਰਸ ਨੇ। US ਦੇ ਅੱਧੇ ਤੋਂ ਵੱਧ ਰਾਜਾਂ ਨੇ ਚੀਨੀ ਸਰਕਾਰ ਦੇ ਦੁਆਰਾ ਵਰਤੇ ਜਾ ਰਹੇ ਯੂਜ਼ਰਸ ਡੇਟਾ ਬਾਰੇ ਸੁਰੱਖਿਆ ਚਿੰਤਾਵਾਂ ਦੇ ਕਾਰਨ ਸਰਕਾਰੀ ਟੂਲਸ ਤੋਂ ਟਿਕਟੌਕ ਤੱਕ ਪਹੁੰਚ ਤੇ ਪਾਬੰਦੀ ਲਗਾ ਦਿੱਤੀ ਹੈ। ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਨੇ। ਅਮਰੀਕਾ ਦੇ ਸ਼ਹਿਰ ਨੈਸ਼ਵਿਲ 'ਚ ਸੋਮਵਾਰ ਸਵੇਰੇ ਇੱਕ ਨਿੱਜੀ ਕ੍ਰਿਸਚੀਅਨ ਸਕੂਲ ਵਿੱਚ ਹੋਈ ਗੋਲੀਬਾਰੀ ਦੇ ਦੌਰਾਨ 3 ਵਿਦਿਆਰਥੀਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਹਮਲਾਵਰ ਇੱਕ ਔਰਤ ਸੀ ਜਿਸ ਨੂੰ ਮੌਕੇ ਤੇ ਪੁਲਿਸ ਨੇ ਗੋਲੀ ਮਾਰ ਦਿੱਤੀ। ਸਾਰਿਆਂ ਦੀ ਮੌਤ ਗੋਲੀ ਲੱਗਣ ਨਾਲ ਹੋਈ। ਇਹ ਹਮਲਾ ਕਨਵੈਂਟ ਸਕੂਲ ਵਿੱਚ ਹੋਇਆ। ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ਤੋਂ ਬਾਅਦ ਬੱਚਿਆਂ ਦੀਆਂ ਲਾਸ਼ਾਂ ਨੂੰ ਸਥਾਨਕ ਵੈਂਡਰਵਿਲਟ ਦੇ ਮੋਨਰੋ ਕੈਰਲੇ ਯੂਨੀਅਨ ਚਿਲਡਰਨ ਹਸਪਤਾਲ ਵਿੱਚ ਭੇਜਿਆ ਗਿਆ। ਹਸਪਤਾਲ ਦੇ ਬੁਲਾਰੇ ਜੌਨ ਨੇ ਦੱਸਿਆ ਕਿ ਹਸਪਤਾਲ ਪਹੁੰਚਦੇ ਹੀ ਡਾਕਟਰ ਨੇ ਤਿੰਨੇ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਇਲਾਵਾ 4 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਦੇ ਮੁਤਾਬਕ ਜਿਸ ਸਕੂਲ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ ਉਸ ਸਕੂਲ ਵਿੱਚ ਕੁੱਲ 200 ਬੱਚੇ ਪੜ੍ਹਦੇ ਨੇ। ਪੁਲਿਸ ਦੇ ਮੁਤਾਬਕ ਹਮਲਾਵਰ ਲੜਕੀ ਸਾਈਡ ਵਾਲੇ ਦਰਵਾਜ਼ੇ ਤੋਂ ਇਮਾਰਤ ਵਿੱਚ ਦਾਖਲ ਹੋਈ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਸਕੂਲ ਦੀ ਦੂਜੀ ਮੰਜ਼ਲ ਤੇ ਪਹੁੰਚ ਗਈ ਸੀ। ਇੱਥੇ ਉਹ ਪੁਲਿਸ ਨਾਲ ਮੁਕਾਬਲੇ 'ਚ ਮਾਰੀ ਗਈ। ਅਮਰੀਕਾ ਦੇ ਨੈਸ਼ਵਿਲ ਐਲੀਮੈਂਟਰੀ ਸਕੂਲ ਦੇ ਵਿੱਚ ਗੋਲੀਬਾਰੀ 'ਚ 3 ਬੱਚਿਆਂ ਸਣੇ 6 ਜਾਣਿਆਂ ਦੀ ਮੌਤ ਹੋਈ। ਦਾ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਦੇ ਮੁਤਾਬਕ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਗੋਲੀਆਂ ਚਲਾਉਣ ਵਾਲਾ ਹਮਲਾਵਰ ਮਾਰਿਆ ਗਿਆ। ਦੱਸਿਆ ਜਾ ਰਿਹਾ ਕਿ ਹਮਲਾਵਰ ਸਕੂਲ ਦਾ ਸਾਬਕਾ ਵਿਦਿਆਰਥੀ ਸੀ। ਹੁਣ ਇਸ ਫਾਇਰਿੰਗ ਦੀ CCTV ਫੁਟੇਜ ਸਾਹਮਣੇ ਆਈ ਹੈ ਜਿਸ ਵਿੱਚ ਹਮਲਾਵਰ ਖਤਰਨਾਕ ਹਥਿਆਰ ਲੈ ਕੇ ਸਕੂਲ ਵਿੱਚ ਫਿਰਦਾ ਹੋਇਆ ਨਜ਼ਰ ਆ ਰਿਹਾ। ਉਹ ਸਕੂਲ ਦੇ ਦਰਵਾਜ਼ੇ ਉੱਤੇ ਫਾਇਰਿੰਗ ਕਰਦਾ ਹੈ ਤੇ ਸ਼ੀਸ਼ੇ ਤੋੜ ਕੇ ਅੰਦਰ ਦਾਖਲ ਹੋ ਜਾਂਦਾ ਹੈ। ਇਸ ਤੋਂ ਬਾਅਦ ਉਹ ਵੱਖ-ਵੱਖ ਕਮਰਿਆਂ 'ਚ ਜਾ ਕੇ ਕਿਸੇ ਦੀ ਭਾਲ ਕਰਦਾ ਨਜ਼ਰ ਆ ਰਿਹਾ। ਹਮਲਾਵਰ ਸਕੂਲ ਦਾ ਸਾਬਕਾ ਵਿਦਿਆਰਥੀ ਦੱਸਿਆ ਜਾ ਰਿਹਾ ਜਿਸ ਕੋਲ 2 ਅਸੌਲਟ ਰਾਈਫਲਾਂ ਤੇ ਇੱਕ ਪਿਸਟਲ ਸੀ ਅਤੇ ਸਕੂਲ ਵਿੱਚ ਸਾਈਡ ਵਾਲੇ ਦਰਵਾਜ਼ੇ ਰਾਹੀਂ ਦਾਖਲ ਹੋਇਆ। ਨੈਸ਼ਵਿਲ ਪੁਲਿਸ ਨੇ ਉਸ ਨੂੰ ਸਕੂਲ ਦੀ ਦੂਜੀ ਮੰਜ਼ਲ ਉੱਤੇ ਮਾਰ ਮੁਕਾਇਆ। ANI ਦੀ ਰਿਪੋਰਟ ਦੇ ਮੁਤਾਬਕ 7 ਨੌਜਵਾਨ ਵਿਦਿਆਰਥੀਆਂ ਨੂੰ ਵੈਂਡਰਵਿਲਟ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ। UK ਰਹਿੰਦੇ ਪੰਜਾਬੀਆਂ ਲਈ ਖੁਸ਼ਖਬਰੀ ਹੈ। ਅੰਮ੍ਰਿਤਸਰ ਤੋਂ ਗੈਵਟਿਕ ਲਈ ਸਿੱਧੀ ਉਡਾਣ ਸ਼ੁਰੂ ਹੋ ਗਈ ਹੈ। ਇਸ ਦਾ ਉਦਘਾਟਨ ਕੇਂਦਰੀ ਮੰਤਰੀ ਯੋਤਿਰਾਦਿੱਤਿਆ ਸਿੰਧਿਆ ਨੇ ਆਨਲਾਈਨ ਕੀਤਾ। ਦੱਸਦੇ ਕਿ ਕਾਫੀ ਦੇਰ ਤੋਂ ਪੰਜਾਬੀਆਂ ਵੱਲੋਂ ਇਸ ਮੰਗ ਨੂੰ ਉਠਾਇਆ ਜਾ ਰਿਹਾ ਸੀ ਜਿਸ ਨੂੰ ਪੂਰਾ ਕਰ ਦਿੱਤਾ ਗਿਆ। ਦੂਜੇ ਪਾਸੇ ਭਾਜਪਾ ਨੇਤਾਵਾਂ ਨੇ ਕਿਹਾ ਕਿ ਇਸ ਨਵੀਂ ਫਲਾਈਟ ਦਾ ਪੰਜਾਬੀਆਂ ਨੂੰ ਕਾਫੀ ਫਾਇਦਾ ਹੋਏਗਾ। ਇਸ ਮੌਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਭਾਜਪਾ ਦੇ ਉਪ ਪ੍ਰਧਾਨ ਸੁਭਾਸ਼ ਸ਼ਰਮਾ ਨੇ ਯੋਤਿਰਾਦਿੱਤਿਆ ਸਿੰਧਿਆ ਦਾ ਧੰਨਵਾਦ ਵੀ ਕੀਤਾ ਹੈ ਔਰ ਨਾਲ ਦੇ ਨਾਲ ਦੱਸਿਆ ਗਿਆ ਹੈ ਕਿ 에ਅਰ ਇੰਡੀਆ ਹਵਾਈ ਕੰਪਨੀ ਵੱਲੋਂ ਜਲਦੀ ਹੀ ਅੰਮ੍ਰਿਤਸਰ ਤੋਂ ਕੈਨੇਡਾ ਵਾਸਤੇ ਸਿੱਧੀ ਹਵਾਈ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ। ਉਹਨਾਂ ਨੇ ਹਵਾਬਾਜ਼ੀ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਹੋਰ ਵਧੇਰੇ ਹਵਾਈ ਉਡਾਣਾਂ ਸ਼ੁਰੂ ਕਰਨ ਵਾਸਤੇ ਕੌਮਾਂਤਰੀ ਹਵਾਈ ਕੰਪਨੀਆਂ ਨਾਲ ਹੋਣ ਵਾਲੇ ਸਮਝੌਤਿਆਂ ਦੇ ਵਿੱਚ ਅੰਮ੍ਰਿਤਸਰ ਨੂੰ ਵੀ
शामिल किया जाए। इस हवाई अड्डे के विस्तार वास्ते सरकार वालों करोड़ों रुपए खर्च किए गए ने ਅਤੇ इस वेले इत्थे कौमांतरी हवाई अड्डे ते कौमांतरी हवाई अड्डियां वालियां सारियां सहूलतां मौजूद ने। इस वेले इत्थे 24 जहाज खड़े करन दी समर्था है। मिले वेरविਆਂ ਦੇ ਮੁਤਾਬਕ ਇਹ ਹਵਾਈ ਉਡਾਣ ਪਹਿਲਾਂ ਲੰਡਨ ਦੇ ਹੀਥਰੋ ਹਵਾਈ ਅੱਡੇ ਨਾਲ ਜੁੜੀ ਹੋਈ ਸੀ, ਜਿਸ ਨੂੰ ਹੁਣ ਗੇਟਵੇਕ ਹਵਾਈ ਅੱਡੇ ਦੇ ਨਾਲ ਜੋੜਿਆ ਗਿਆ। ਹਵਾਈ ਉਡਾਣ ਸ਼ੁਰੂ ਕਰਨ ਸਮੇਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਭਾਜਪਾ ਆਗੂ ਰਜਿੰਦਰ ਮੋਹਨ ਆਦਿ ਲੋਕ ਸ਼ਾਮਲ ਸਨ। ਭਾਰਤੀ ਮੂਲ ਦੀ ਸਿੱਖ ਮਨਮੀਤ ਨੇ ਕਨੈਕਟੀਕਟ ਦੇ ਨਿਊ ਹੈਵਨ ਸ਼ਹਿਰ ਦੀ ਪਹਿਲੀ ਸਹਾਇਕ ਪੁਲਿਸ ਮੁਖੀ ਵਜੋਂ ਸਹੁੰ ਚੁੱਕੀ ਹੈ, ਜਿਸ ਨਾਲ ਉਹ ਚੋਟੀ ਦੇ ਸਥਾਨ ਤੇ ਪਹੁੰਚਣ ਵਾਲੀ ਵਿਭਾਗ ਦੀ ਪਹਿਲੀ ਭਾਰਤੀ ਅਮਰੀਕੀ ਬਣ ਗਈ ਹੈ। ਦਾ ਨਿਊ ਹੈਵਨ ਇੰਡੀਪੈਂਡੈਂਟ ਦੀ ਰਿਪੋਰਟ ਦੇ ਮੁਤਾਬਕ ਨਿਊ ਹੈਵਨ ਵਿੱਚ ਪੁਲਿਸ ਕਮਿਸ਼ਨਰਾਂ ਦੇ ਬੋਰਡ ਨੇ ਸਰਬਸੰਮਤੀ ਦੇ ਨਾਲ 37 ਸਾਲਾ ਕੋਲਨ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ, ਜੋ ਪਹਿਲਾਂ ਅੰਦਰੂਨੀ ਮਾਮਲਿਆਂ ਦੇ ਦਫ਼ਤਰ ਵਿੱਚ ਲੈਫਟੀਨੈਂਟ ਸੀ। ਮੁੰਬਈ ਵਿੱਚ ਜਨਮੀ ਕੋਲਨ 11 ਸਾਲ ਦੀ ਉਮਰ 'ਚ ਆਪਣੇ ਪਰਿਵਾਰ ਨਾਲ ਕੁਈਨਜ਼ ਚਲੀ ਗਈ ਅਤੇ ਉਹਨਾਂ ਨੇ ਨਿਊ ਹੈਵਨ ਯੂਨੀਵਰਸਿਟੀ ਵਿੱਚ ਅਪਰਾਧਕ ਨਿਆਂ ਦੀ ਪੜ੍ਹਾਈ ਕੀਤੀ। ਕੋਲਨ ਨੇ ਉਮੀਦ ਜਤਾਈ ਹੈ ਕਿ ਵਿਭਾਗ ਦੀ ਪਹਿਲੀ ਭਾਰਤੀ ਅਮਰੀਕੀ ਸਹਾਇਕ ਮੁਖੀ ਵਜੋਂ ਉਹਨਾਂ ਦੀ ਸਥਿਤੀ ਸਮਾਨ ਪਿਛੋਕੜ ਵਾਲੇ ਹੋਰ ਲੋਕਾਂ ਨੂੰ ਕਾਨੂੰਨ ਲਾਗੂ ਕਰਨ ਵਿੱਚ ਕਰੀਅਰ ਬਣਾਉਣ ਦੇ ਲਈ ਪ੍ਰੇਰਿਤ ਕਰਦੀ ਹੈ। ਦਾ ਨਿਊ ਹੈਵਨ ਇੰਡੀਪੈਂਡੈਂਟ ਵਿੱਚ ਕੋਲਨ ਦੇ ਹਵਾਲੇ ਨਾਲ ਕਿਹਾ ਗਿਆ, ਮੈਂ ਇੱਕ ਸਿੱਖ ਪਰਿਵਾਰ ਤੋਂ ਆਉਂਦੀ ਹਾਂ, ਮੈਂ ਪੰਜਾਬੀ ਬੋਲਦੀ ਹਾਂ, ਮੈਨੂੰ ਆਪਣੀ ਵਿਰਾਸਤ ਤੇ ਬਹੁਤ ਮਾਣ ਹੈ। ਕੋਲਨ ਦੀ ਧੀ ਨੇ ਆਪਣੀ ਮਾਂ ਦੀ ਵਰਦੀ ਤੇ ਨਵੇਂ ਸਹਾਇਕ ਪੁਲਿਸ ਮੁਖੀ ਦਾ ਬੈਚ ਲਗਾਇਆ। ਸਥਾਨਕ ਸਿਵਲ ਹਵਾਈ ਅੱਡੇ ਦੀ ਇਮਾਰਤ ਲਗਭਗ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਹੈ। ਇਸ ਇਮਾਰਤ ਦਾ ਜਾਇਜ਼ਾ ਲੈਣ ਦੇ ਲਈ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵਿਸ਼ੇਸ਼ ਤੌਰ ਤੇ ਸਿਵਲ ਹਵਾਈ ਅੱਡੇ ਪਹੁੰਚੇ। ਇਸ ਮੌਕੇ एयरपोर्ट अथॉरिटी ने जनरल मैनेजर अनिल कुमार राय, डायरेक्टर कमलजीत कौर, AC श्रीवास्तवा ने गुलदस्ता भेंट करके केंद्रीय मंत्री का स्वागत किया। इमारत का निरीक्षण करन मगरों केंद्रीय मंत्री ने कहा कि इस सिविल हवाई अड्डे तो जल्दी ही उड़ाणा शुरू हो जाणगियां। उन्होंने कहा कि आदमपुर तो हवाई अड्डे वाल नूं आउंदी 4 लेन सड़क ते जल्दी भी तैयार कर दी जाएगी। अमेरिका ते दक्षिणी कोरिया के तेज होंदे फौजी अभ्यास नूं देखते हुए उत्तरी कोरिया ने भी मिसाइल लॉन्चिंग तेज कर दी है। परमाणु समर्था नाल लैस अमरीकी जंगी बेड़े के अभ्यास में शामिल होने के कारण सोमवार नूं उत्तरी कोरिया ने 2 छोटी दूरी दीयां बैलिस्टिक मिसाइलां लॉन्च कीतियां। इस महीने विच 7वां मिसाइल परीक्षण है। इस नाल कोरियन टापू ते तणाव वधदा नजर आ रहा। उत्तरी कोरिया ने पश्चिमी अंदरूनी खेतर तो सवेरे 7:47 ते मिसाइलां दागियां। मिसाइलां ने 370 किलोमीटर दूर अपने टीचे नूं निशाना बनाया। दक्षिणी कोरिया ते जापान ने मिसाइल लॉन्चिंग की निखेधी की है, नाल ही कहा कि इस नाल खिते विच शांत बनाउण दे यत्नां नूं धक्का पहुंचेगा। अमेरिका के इंडो पैसिफिक कमांड दे वल्लों कहा गया कि अजिही लॉन्चिंग नाल उन्हां नूं अते उन्हां दे सहयोगियां नूं कोई खतरा नहीं है। उत्थे इस मुद्दे ते उत्तरी कोरिया वल्लों कोई टिप्पणी नहीं की गई। जिक्रयोग है कि इस साल उत्तरी कोरिया वल्लों 11 मौकिਆਂ ते करीब 20 बैलिस्टिक अते क्रूज मिसाइलां दागियां गईयां। पिछले हफ्ते परमाणु समर्था वाले एक अजिहे ड्रोन का परीक्षण किया गया, जिस विच दावा किया गया कि यह रेडियो एक्टिव सुनामी पैदा करने च समर्थ है। अजिहा मन्निया जा रहा कि इस कदम दे नाल एक कदम इसलिए चुकिया जा रहा जिस नाल अमेरिका उसकी परमाणु संपन्नता नूं स्वीकार करे, नाल ही वो खुद ते लगियां पाबंदियां नूं हटाउण दे लई अपनी गल पूरे दबाव दे नाल रख सके। BFS ग्लोबल एक ग्लोबल कंपनी जो ਵੱਖ-ਵੱਖ देशों के लिए वीज़ा अर्जियां प्राप्त करन ਅਤੇ प्रक्रिया करन वर्गियां सेवावां प्रदान करती है। दा अंदाजा है नवी दिल्ली तो वीज़ा अर्जियां की गिणती 2023 विच कोविड-19 महामारी तो पहलां दे पद्धर नूं पार कर जाएगी। BFS ग्लोबल सर्विसेज प्राइवेट लिमिटेड के दक्षिणी एशिया वपारक मुखी विशाल ने कहा कि नवी दिल्ली तो वीज़ा अर्जियां 2021 के मुकाबले 2022 विच वधणगियां। विशाल ने कहा कि मौजूदा रुझानों को देखते हुए इस समय यह कहा जा सकता है कि वीज़ा अर्जियां का पद्धर इस साल प्री कोविड के पद्धर नूं पार कर जाएगा। उन्होंने कहा कि 2022 दे विच नवी दिल्ली तो वीज़ा अर्जियां का सबूत 2019 के पूर्व महामारी पद्धर के 80% के नेड़े पहुंच जाएगा। तो जेकर 2021 की तुलना की जाए तो पिछले साल दीयां अर्जियां विच पिछले साल नालों 93% वाधा दर्ज किया गया। जारथ ने कहा कि 2021 विच कई देशों ਦੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਗਈਆਂ ਸਨ। ਕੰਪਨੀ ਦੇ ਅਨੁਸਾਰ ਨਵੀਂ ਦਿੱਲੀ ਤੋਂ ਵੀਜ਼ਾ ਅਰਜ਼ੀਆਂ ਦੀ ਗਿਣਤੀ ਵਿੱਚ ਵਾਧੇ ਦਾ ਇਹ ਰੁਝਾਨ ਭਾਰਤ ਵਿੱਚ ਦਰਜ ਕੀਤੇ ਗਏ ਸਮੁੱਚੇ ਵਾਧੇ ਦੇ ਅਨੁਸਾਰ ਹੈ। ਵਿਸ਼ਾਲ ਜੈਰਤ ਨੇ ਦੱਸਿਆ ਕਿ ਇਸ ਸਮੇਂ ਭਾਰਤ ਤੋਂ ਸਵਿਟਜ਼ਰਲੈਂਡ, ਸਵੀਡਨ, ਨਾਰਵੇ, ਡੈਨਮਾਰਕ ਅਤੇ ਬ੍ਰਿਟੇਨ ਵਰਗੇ ਦੇਸ਼ਾਂ 'ਚ ਵੀਜ਼ਾ ਅਰਜ਼ੀਆਂ ਦੀ ਆਮਦ ਵਧੀ ਹੈ। ਯੂਰਪ ਅਤੇ ਸਾਬਕਾ ਸੋਵੀਅਤ ਯੂਨੀਅਨ ਜਿਵੇਂ ਕਿ ਜਾਰਜੀਆ ਅਤੇ ਲਾਤਵੀਆ ਤੋਂ ਵੱਖ ਹੋਏ ਗਣਰਾਜਾਂ 'ਚ ਭਾਰਤ ਤੋਂ ਵਿਦਿਆਰਥੀ ਵੀਜ਼ਿਆਂ ਦੀ ਮੰਗ 'ਚ ਵਾਧਾ ਹੋਇਆ। ਉਹਨਾਂ ਨੂੰ ਉਮੀਦ ਹੈ ਕਿ ਚਾਈਨਾ ਵੱਲੋਂ ਕੇਵਲ 1 ਹਫ਼ਤਾ ਜਾਂ 10 ਦਿਨ ਪਹਿਲਾਂ ਹੀ
ਲਈ ਟੂਰਿਸਟ ਵੀਜ਼ਾ ਸ਼ੁਰੂ ਕਰਨ ਨਾਲ ਉੱਥੇ ਜਾਣ ਵਾਲਿਆਂ ਦੀਆਂ ਅਰਜ਼ੀਆਂ ਦੀ ਮੰਗ ਵਧੇਗੀ। ਮਿਸੀਸਾਗਾ ਵਿੱਚ ਇੱਕ ਰਾਹਗੀਰ ਨੂੰ 2 ਗੱਡੀਆਂ ਵੱਲੋਂ ਟੱਕਰ ਮਾਰੇ ਜਾਣ ਕਾਰਨ ਉਸ ਦੀ ਮੌਤ ਹੋ ਗਈ। ਇਹ ਹਾਦਸਾ ਐਤਵਾਰ ਰਾਤੀ 11 ਵਜੇ ਤੋਂ ਬਾਅਦ ਕ੍ਰੈਡਿਟ ਵਿਊ ਦੇ ਬ੍ਰਿਸਟਲ ਰੋਡ ਉੱਤੇ ਵਾਪਰਿਆ। ਜਾਂਚਕਾਰਾਂ ਨੇ ਦੱਸਿਆ ਕਿ ਇੱਕ ਰਾਹਗੀਰ ਰੈੱਡ ਲਾਈਟ ਉੱਤੇ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਇੱਕ ਗੱਡੀ ਉਸ ਦੇ ਨਾਲ ਆ ਟਕਰਾਈ। ਟੱਕਰ ਤੋਂ ਬਾਅਦ ਉਹ ਸ਼ਖਸ ਦੂਜੀ ਗੱਡੀ ਦੇ ਰਾਹ ਵਿੱਚ ਜਾ ਡਿੱਗਿਆ, ਜਿਹੜੀ ਉਸ ਨੂੰ ਘੜੀਸਦੀ ਹੋਈ ਕਿੰਨੀ ਦੂਰ ਤੱਕ ਆਪਣੇ ਨਾਲ ਲੈ ਗਈ। ਰਾਹਗੀਰ ਨੂੰ ਮੌਕੇ ਉੱਤੇ ਮ੍ਰਿਤਕ ਐਲਾਨ ਦਿੱਤਾ ਗਿਆ। ਹਾਦਸੇ ਵਿੱਚ ਸ਼ਾਮਲ ਗੱਡੀਆਂ ਦੇ ਡਰਾਈਵਰ ਮੌਕੇ ਉੱਤੇ ਮੌਜੂਦ ਰਹੇ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਇਲਾਕੇ ਦੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਮਿਸੀਸਾਗਾ ਵਿੱਚ ਗੋਲੀ ਮਾਰ ਕੇ ਇੱਕ 38 ਸਾਲਾ ਵਿਅਕਤੀ ਦੀ ਜਾਨ ਲੈਣ ਤੋਂ ਬਾਅਦ ਗੱਡੀ ਵਿੱਚ ਸਵਾਰ ਹੋ ਕੇ ਕ੍ਰਾਈਮ ਸੀਨ ਤੋਂ ਫਰਾਰ ਹੋਣ ਵਾਲੇ ਮਸ਼ਕੂਕਾਂ ਦੀ ਪੀਲ ਰੀਜਨਲ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। 20 ਮਾਰਚ ਦਿਨ ਸੋਮਵਾਰ ਨੂੰ ਸ਼ੂਟਿੰਗ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਰਾਤੀ 7:15 ਤੇ ਪੁਲਿਸ ਨੂੰ ਡ੍ਰੀਮ ਕ੍ਰੈਸਟ ਰੋਡ ਤੇ ਐਲਿੰਕਾ ਤੇ ਸਟਰੀਟ ਉੱਤੇ ਸੱਦਿਆ ਗਿਆ। ਇਸ ਵਿਅਕਤੀ ਨੂੰ ਮੌਕੇ ਉੱਤੇ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਬਾਅਦ ਵਿੱਚ ਉਸ ਦੀ ਪਛਾਣ ਮਿਸੀਸਾਗਾ ਦੇ 29 ਸਾਲਾ ਬ੍ਰਾਇਨ ਲਾਰਾ ਐਲਵਾਰੇਜ਼ ਵਜੋਂ ਕੀਤੀ ਗਈ। ਪੀਲ ਪੁਲਿਸ ਅਨੁਸਾਰ ਇਹ ਗੋਲੀ ਨਿਸ਼ਾਨਾ ਬਣਾ ਕੇ ਤੇ ਸੋਚ ਸਮਝ ਕੇ ਪੂਰੀ ਤਿਆਰੀ ਨਾਲ ਚਲਾਈ ਗਈ। ਸੋਮਵਾਰ ਨੂੰ ਪੁਲਿਸ ਨੇ ਇਸ ਹੋਮਸਾਈਡ ਜਾਂਚ ਦੀ ਅਪਡੇਟ ਦਿੰਦਿਆਂ ਇੱਕ ਰਿਲੀਜ਼ ਜਾਰੀ ਕੀਤੀ, ਜਿਸ ਵਿੱਚ ਇੱਕ ਸਰਵੇਲੈਂਸ ਫੁਟੇਜ ਵਿੱਚ ਇੱਕ ਗ੍ਰੇ 4 ਦਰਵਾਜ਼ਿਆਂ ਵਾਲੀ ਨਵੇਂ ਮਾਡਲ ਦੀ SUV ਨਜ਼ਰ ਆ ਰਹੀ ਹੈ, ਜਿਹੜੀ ਕ੍ਰਾਈਮ ਸੀਨ ਨੂੰ ਛੱਡ ਕੇ ਤੇਜ਼ੀ ਨਾਲ ਜਾ ਰਹੀ ਹੈ। ਪੁਲਿਸ ਵੱਲੋਂ ਇਸ ਗੱਡੀ ਦੀ ਭਾਲ ਕੀਤੀ ਜਾ ਰਹੀ ਹੈ। ਕਾਉਂਸਲਰ ਵਜੋਂ ਸਿਟੀ ਹਾਲ ਤੇ ਮੈਂਬਰ ਪਾਰਲੀਮੈਂਟ ਵਜੋਂ ਓਟਾਵਾ 'ਚ ਆਪਣੀ ਦਮਦਾਰ ਮੌਜੂਦਗੀ ਦਰਜ ਕਰਵਾ ਚੁੱਕੀ ਤੇ ਟੋਰਾਂਟੋ ਦੀ ਸਿਆਸਤ ਵਿੱਚ ਕਦੇ ਖੱਬੇ ਪੱਖੀ ਤੇ ਪ੍ਰੋਗਰੈਸਿਵ ਸੋਚ ਦੀ ਧੁਨੀ ਮੰਨੀ ਜਾਣ ਵਾਲੀ ਓਲੀਵੀਆ ਚਾਓ ਹੁਣ ਟੋਰਾਂਟੋ ਦੇ ਮੇਅਰ ਦੀ ਦੌੜ ਲਈ ਖੜੇ ਹੋਣ ਦਾ ਮਨ ਬਣਾ ਰਹੀ ਹੈ। ਇੱਕ ਵਾਰੀ ਪਹਿਲਾਂ ਵੀ ਉਹ 2014 ਵਿੱਚ ਮੇਅਰ ਦੀ ਦੌੜ 'ਚ ਹਿੱਸਾ ਲੈ ਚੁੱਕੀ ਹੈ ਤੇ ਜੌਨ ਟੈਰੀ ਹੱਥੋਂ ਹਾਰ ਚੁੱਕੇ ਨੇ। ਆਪਣੀ ਕੈਂਪੇਨ ਦੀ ਸ਼ੁਰੂਆਤ ਤੋਂ ਹੀ ਉਹਨਾਂ ਨੇ ਇੰਸਟੀਚਿਊਟ ਆਫ ਚੇਂਜ ਲੀਡਰਸ ਆਰਗੇਨਾਈਜੇਸ਼ਨ ਕਾਇਮ ਕੀਤੀ, ਜਿਹੜੀ ਅਜਿਹੇ ਕੋਰਸ ਤਿਆਰ ਕਰਦੀ ਤੇ ਪੜਾਉਂਦੀ ਹੈ ਜਿਹੜੇ ਪਾਰਟਿਸਿਪੈਂਟਸ ਨੂੰ ਜਮਹੂਰੀ ਪ੍ਰਕਿਰਿਆ 'ਚ ਸ਼ਾਮਲ ਹੋਣਾ ਸਿਖਾਉਂਦੇ ਨੇ। ਹਾਲ ਦੀ ਘੜੀ ਚਾਓ ਵੱਲੋਂ ਮੇਅਰ ਦੀ ਦੌੜ ਵਿੱਚ ਹਿੱਸਾ ਲੈਣ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ, ਪਰ ਉਹਨਾਂ ਦੇ ਸਮਰਥਕਾਂ ਵੱਲੋਂ ਉਹਨਾਂ ਨੂੰ ਅਜਿਹਾ ਕਰਨ ਦੇ ਲਈ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਮੋਨੂਮੈਂਟਲ ਪ੍ਰੋਜੈਕਟ ਦੇ ਸਹਿਬਾਨੀ ਕੌਫੀ ਹੌਪ ਨੇ ਆਖਿਆ, ਓਲੀਵੀਆ ਅਜਿਹੀ ਸ਼ਖਸ ਹੈ ਜਿਸ ਕੋਲ ਸਿਟੀ ਲਈ ਕੰਮ ਕਰਨ ਦਾ ਜਨੂਨ ਹੈ ਤੇ ਉਸ ਦੀਆਂ ਕਦਰਾਂ ਕੀਮਤਾਂ ਵੀ ਡੂੰਘੀਆਂ ਨੇ। ਉਹ ਲੋਕਾਂ ਦੀ ਵੀ ਪਰਵਾਹ ਕਰਦੀ ਹੈ ਤੇ ਕੰਮ ਨੂੰ ਵੀ ਮਜ਼ੇ ਨਾਲ ਸਿਰੇ ਚੜਾਉਂਦੀ ਹੈ। ਜਦੋਂ ਤੁਸੀਂ ਓਲੀਵੀਆ ਦੇ ਘਰ ਜਾਂਦੇ ਹੋ ਤਾਂ ਯੰਗ ਲੋਕਾਂ ਤੇ ਕਾਰਕੁਨਾਂ ਨਾਲ ਭਰਿਆ ਹੁੰਦਾ ਹੈ, ਜਿਨ੍ਹਾਂ ਨੂੰ ਉਹ ਪੜ੍ਹਾ ਰਹੀ ਹੁੰਦੀ ਹੈ, ਕੋਚ ਕਰ ਰਹੀ ਹੁੰਦੀ ਹੈ ਤੇ ਜਿਨ੍ਹਾਂ ਦੇ ਨਾਲ ਉਹ ਕੰਮ ਕਰ ਰਹੀ ਹੁੰਦੀ ਹੈ। ਚਾਓ ਦੇ ਮੇਅਰ ਦੀ ਦੌੜ ਲਈ ਖੜੇ ਹੋਣ ਦਾ ਜਿਹੜਾ ਸੰਕੇਤ ਮਿਲਿਆ ਉਹ ਸੋਮਵਾਰ ਨੂੰ ਕੀਤਾ ਗਿਆ ਟਵੀਟ ਸੀ, ਜਿਸ ਵਿੱਚ ਉਹਨਾਂ ਨੇ ਆਖਿਆ ਸੀਗਾ ਕਿ ਉਹ ਸਿਟੀ ਨੂੰ ਪਿਆਰ ਕਰਦੀ ਹੈ ਤੇ ਉਹ ਹਰ ਕਿਸੇ ਲਈ ਹੋਰ ਬਿਹਤਰ ਹੋ ਸਕਦੀ ਹੈ। 2023 ਦੇ ਬਜਟ ਦੇ ਵਿੱਚ ਘੱਟ ਆਮਦਨ ਵਾਲੇ ਕੈਨੇਡੀਅਨਸ ਜਿਹੜੇ ਫੂਡ ਦੀਆਂ ਦਿਨੋ-ਦਿਨ ਵੱਧਦੀਆਂ ਕੀਮਤਾਂ ਦੇ ਨਾਲ ਜੂਝ ਰਹੇ ਨੇ ਲਈ ਗ੍ਰੋਸਰੀ ਰਿਬੇਟ ਨੂੰ ਵੀ ਸ਼ਾਮਲ ਕੀਤਾ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਸੰਬੰਧ ਵਿੱਚ ਨਵੇਂ ਮਾਪਦੰਡ ਮੰਗਲਵਾਰ ਨੂੰ ਪੇਸ਼ ਕੀਤੇ ਜਾਣ ਵਾਲੇ ਫੈਡਰਲ ਬਜਟ ਦਾ ਹਿੱਸਾ ਬਣਨਗੇ ਤੇ ਇਸ ਦੇ ਨਾਲ 11 ਮਿਲੀਅਨ ਘੱਟ ਆਮਦਨ ਵਾਲੇ ਕੈਨੇਡੀਅਨਸ ਦੀ ਮਦਦ ਹੋਏਗੀ। ਨਵੇਂ ਮਾਪਦੰਡਾਂ ਤਹਿਤ ਯੋਗ ਜੋੜੇ ਜਿਨ੍ਹਾਂ ਦੇ 2 ਬੱਚੇ ਨੇ ਨੂੰ $467 ਦੀ ਪੇਮੈਂਟ ਹਾਸਲ ਹੋਏਗੀ। ਸੀਨੀਅਰ ਨੂੰ $225 ਜਦਕਿ ਸਿੰਗਲ ਵਿਅਕਤੀ ਨੂੰ $234 ਹਾਸਲ ਹੋਣਗੇ। ਸੂਤਰਾਂ ਦੇ ਅਨੁਸਾਰ ਹਾਊਸ ਆਫ ਕਾਮਨਸ ਦੇ ਵਿੱਚ ਇਹ ਬਿੱਲ ਪਾਸ ਹੋਣ ਤੋਂ ਬਾਅਦ ਇਹ ਬੈਨੀਫਿਟ GST ਰਿਬੇਟ ਸਿਸਟਮ ਰਾਹੀਂ ਮੁਹੱਈਆ ਕਰਵਾਏ ਜਾਣਗੇ। ਇਹ ਰਕਮ ਉਸ ਰਕਮ ਦੇ ਬਰਾਬਰ ਹੈ ਜਿਹੜੀ ਲਿਬਰਲਾਂ ਵੱਲੋਂ ਪਿਛਲੇ ਸਾਲ GST ਕ੍ਰੈਡਿਟ ਨੂੰ ਦੁੱਗਣਾ ਕਰਕੇ ਪੇਸ਼ ਕੀਤੀ ਜਾਏਗੀ। ਇਹ ਰਕਮ $2.5 ਬਿਲੀਅਨ ਦੇ ਨੇੜੇ-ਤੇੜੇ ਸੀ ਤੇ ਇਸ ਫੈਸਲੇ ਨੂੰ ਸਾਰੀਆਂ ਪਾਰਟੀਆਂ ਦਾ ਸਮਰਥਨ ਹਾਸਲ ਹੋਇਆ ਸੀ। ਸਟੈਟਿਕਸ ਕੈਨੇਡਾ ਦੀ ਮਹਿੰਗਾਈ ਸੰਬੰਧੀ ਤਾਜ਼ਾ ਰਿਪੋਰਟ ਅਨੁਸਾਰ ਫੂਡ ਦੀਆਂ ਕੀਮਤਾਂ ਵਿੱਚ ਸਾਲ ਦਰ ਸਾਲ ਹੋਏ ਵਾਧੇ ਨਾਲ ਜਨਵਰੀ ਵਿੱਚ ਫੂਡ ਦੀਆਂ ਕੀਮਤਾਂ 'ਚ 11.4% ਦੀ ਵਾਧਾ ਹੋਇਆ। ਇਹ 5.9% ਦੀ ਮਹਿੰਗਾਈ ਦਰ ਤੋਂ ਦੁੱਗਣੀ ਹੈ ਤੇ ਪਿਛਲੇ ਮਹੀਨੇ ਦੀ 11% ਦੀ ਦਰ ਨਾਲੋਂ ਵੀ ਜ਼ਿਆਦਾ ਹੈ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾ ਸਾਂਸੀ ਤੋਂ ਲੰਡਨ ਗੈਟਵੇਕ ਲਈ ਸਿੱਧੀ ਹਵਾਈ ਉਡਾਣ ਸ਼ੁਰੂ ਕਰਨ ਦੇ ਵੀਡੀਓ ਕਾਨਫਰੰਸਿੰਗ ਰਾਹੀਂ ਉਦਘਾਟਨੀ ਸਮਾਰੋਹ ਮੌਕੇ ਕੇਂਦਰੀ ਹਵਾਬਾਜ਼ੀ ਮੰਤਰੀ ਸ੍ਰੀ ਜਯੋਤਿਰਾਦਿੱਤਿਆ ਸਿੰਧਿਆ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਵਸਦੇ ਪੰਜਾਬੀਆਂ ਦੀ ਚਿਰਕੋਣੀ ਮੰਗ ਨੂੰ ਪੂਰਾ ਕਰਦਿਆਂ ਹੋਇਆਂ ਜਲਦੀ ਹੀ ਭਾਰਤੀ ਏਅਰਲਾਈਨਸ ਵੱਲੋਂ ਅੰਮ੍ਰਿਤਸਰ ਕੈਨੇਡਾ ਸਿੱਧੀ ਹਵਾਈ ਉਡਾਣ ਸ਼ੁਰੂ ਕਰ ਦਿੱਤੀ ਜਾਏਗੀ। ਇਸ ਮੌਕੇ ਹਾਜ਼ਰ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਅਤੇ ਹੋਰ ਵੱਲੋਂ ਇਸ ਐਲਾਨ ਦਾ ਸਵਾਗਤ ਕੀਤਾ ਗਿਆ ਹੈ।
ਟੋਰਾਂਟੋ ਦੇ ਪੱਛਮੀ ਸਿਰੇ ਵਿੱਚ TTC ਦੀ ਇੱਕ ਬੱਸ ਵਿੱਚ ਸਵਾਰ ਇੱਕ ਵਿਅਕਤੀ ਉੱਤੇ ਚਾਕੂ ਨਾਲ ਕੀਤੇ ਗਏ ਹਮਲੇ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਐਤਵਾਰ ਰਾਤੀ 11:30 ਵਜੇ ਦੇ ਨੇੜੇ-ਤੇੜੇ ਕਾਲਸ ਮਿਲੀਆਂ ਕਿ ਰੋਜ਼ਰਜ਼ ਰੋਡ ਦੇ ਉੱਤਰ ਵੱਲ ਡੋਨਲਡ ਐਵਨਿਊ ਨੇੜੇ ਕੀਲ ਸਟਰੀਟ ਉੱਤੇ ਇੱਕ ਬੱਸ ਵਿੱਚ ਸਵਾਰ ਵਿਅਕਤੀ ਨੂੰ ਕਿਸੇ ਵੱਲੋਂ ਚਾਕੂ ਮਾਰ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਨੂੰ ਮੌਕੇ ਉੱਤੇ ਇੱਕ ਜ਼ਖਮੀ ਵਿਅਕਤੀ ਮਿਲਿਆ, ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਉਹ ਵਿਅਕਤੀ ਮੌਕੇ ਤੋਂ ਫਰਾਰ ਵੀ ਹੋ ਗਿਆ। ਪੁਲਿਸ ਨੇ ਦੱਸਿਆ ਕਿ ਉਸ ਤੇ ਜਿਹੜਾ ਵਿਅਕਤੀ ਸ਼ੂਰੇਬਾਜ਼ੀ ਦਾ ਸ਼ਿਕਾਰ ਹੋਇਆ ਹੈ ਦੋਵੇਂ ਇੱਕ ਦੂਜੇ ਨੂੰ ਜਾਣਦੇ ਸੀ ਤੇ ਹਮਲਾ ਅਚਾਨਕ ਕੀਤਾ ਗਿਆ ਹਮਲਾ ਨਹੀਂ ਹੈ ਔਰ ਇਸ ਸੰਬੰਧੀ ਕੋਈ ਜਾਣਕਾਰੀ ਜਿਸ ਨੇ ਹਮਲਾ ਕੀਤਾ ਉਸ ਬਾਰੇ ਨਹੀਂ ਦਿੱਤੀ ਗਈ। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਵਿੱਚ ਸੋਮਵਾਰ ਨੂੰ ਬਦਨਾਮ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਵੱਡਾ ਹਮਲਾ ਕੀਤਾ। ਰਿਪੋਰਟਸ ਦੇ ਮੁਤਾਬਕ ਅਫਗਾਨਿਸਤਾਨ ਦੇ ਵਿਦੇਸ਼ ਮੰਤਰਾਲਾ ਦੇ ਨੇੜੇ ਹੋਏ ਇਸ ਹਮਲੇ 'ਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖਮੀ ਹੋਏ ਨੇ। ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲਾ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਫਾਇਦਾਈਨ ਹਮਲਾਵਰ ਦੀ ਕੋਸ਼ਿਸ਼ ਮਿਨਿਸਟਰੀ ਦੇ ਅੰਦਰ ਪਹੁੰਚਣ ਦੀ ਸੀ। ਉਹ ਉਸ ਥਾਂ ਤੇ ਪਹੁੰਚਣਾ ਚਾਹੁੰਦਾ ਸੀ ਜਿੱਥੇ ਅਫਸਰ ਬੈਠਦੇ ਨੇ। ਹਾਲਾਂਕਿ ਜਦੋਂ ਉਹ ਇਸ ਕੋਸ਼ਿਸ਼ ਵਿੱਚ ਨਾਕਾਮ ਹੋ ਗਿਆ ਤਾਂ ਉਸਨੇ ਪਹਿਲਾਂ ਹੀ ਖੁਦ ਨੂੰ ਉਡਾ ਲਿਆ। ਇਹ ਜਗ੍ਹਾ ਗੈਸਟ ਲਈ ਹੁੰਦੀ ਹੈ। ਦੱਸ ਦਈਏ ਕਿ ਇਸ ਸਾਲ ਵਿੱਚ ਮੰਤਰਾਲਾ ਦੇ ਕੋਲ ਦੂਜਾ ਹਮਲਾ ਹੈ। ਇਸਲਾਮਿਕ ਸਟੇਟ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਅਤੇ ਅਗਸਤ 2021 ਵਿੱਚ ਤਾਲਿਬਾਨ ਤੇ ਅਫਗਾਨਿਸਤਾਨ ਦੇ ਕਬਜ਼ਾ ਕਰਨ ਤੋਂ ਬਾਅਦ ਦੇਸ਼ ਵਿੱਚ ਲਗਾਤਾਰ ਹਮਲੇ ਕਰ ਰਿਹਾ ਹੈ। ਇਸਲਾਮਿਕ ਸਟੇਟ ਅਫਗਾਨਿਸਤਾਨ ਵਿੱਚ ਗਸ਼ਤ ਕਰਨ ਵਾਲਿਆਂ ਦੇ ਨਾਲ-ਨਾਲ ਤਾਲਿਬਾਨ ਅਧਿਕਾਰੀਆਂ ਤੇ ਦੇਸ਼ ਦੇ ਘੱਟ ਗਿਣਤੀ ਸ਼ੀਆ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਹੈ। ਕਾਬੁਲ ਦੇ ਪੁਲਿਸ ਮੁਖੀ ਦੇ ਬੁਲਾਰੇ ਖਾਲਦ ਨੇ ਕਿਹਾ ਕਿ ਤਾਲਿਬਾਨ ਸੁਰੱਖਿਆ ਬਲਾਂ ਨੇ ਆਤਮਘਾਤੀ ਹਮਲਾਵਰ ਦਾ ਪਤਾ ਉਸ ਦੇ ਮੰਤਰਾਲਾ ਦੇ ਨੇੜੇ ਮਾਲਿਕ ਅਸਗਰ ਚੌਰਾਹੇ ਤੇ ਪਹੁੰਚਣ ਤੋਂ ਪਹਿਲਾਂ ਹੀ ਲੱਭ ਲਿਆ ਸੀ। ਇਸ ਤੋਂ ਬਾਅਦ ਹਮਲਾਵਰ ਨੇ ਖੁਦ ਨੂੰ ਉਡਾ ਲਿਆ। ਆਤਮਘਾਤੀ ਹਮਲੇ 'ਚ ਘੱਟੋ-ਘੱਟ 6 ਨਾਗਰਿਕ ਮਾਰੇ ਗਏ ਅਤੇ ਜ਼ਖਮੀਆਂ 'ਚ ਤਾਲਿਬਾਨ ਸੁਰੱਖਿਆ ਬਲਾਂ ਦੇ 3 ਮੈਂਬਰ ਸ਼ਾਮਲ ਨੇ। ਗੈਰ ਸਰਕਾਰੀ ਸੰਗਠਨ ਐਮਰਜੈਂਸੀ ਵੱਲੋਂ ਚਲਾਏ ਜਾ ਰਹੇ ਕਾਬੁਲ ਹਸਪਤਾਲ ਨੇ ਕਿਹਾ ਕਿ ਹਮਲੇ ਤੋਂ ਬਾਅਦ ਇੱਕ ਬੱਚੇ ਸਮੇਤ 12 ਜ਼ਖਮੀਆਂ ਨੂੰ ਪਹੁੰਚਾਇਆ ਗਿਆ। ਤੁਹਾਨੂੰ ਦੱਸ ਦਈਏ ਕਿ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਅਕਸਰ ਅੱਤਵਾਦੀ ਹਮਲਿਆਂ ਨਾਲ ਦਹਿਲਦੀ ਰਹਿੰਦੀ ਹੈ। ਇਸ ਤੋਂ ਪਹਿਲਾਂ ਜਨਵਰੀ ਵਿੱਚ ਵਿਦੇਸ਼ ਮੰਤਰਾਲਾ ਨੇੜੇ ਇਸਲਾਮਿਕ ਸਟੇਟ ਵੱਲੋਂ ਕੀਤੇ ਗਏ ਹਮਲੇ 'ਚ ਘੱਟੋ-ਘੱਟ 5 ਲੋਕ ਮਾਰੇ ਗਏ ਸੀ ਅਤੇ ਕਈ ਹੋਰ ਜ਼ਖਮੀ ਹੋਏ ਸਨ। ਅੱਤਵਾਦੀ ਹਮਲੇ ਦੇ ਸਮੇਂ ਡਿਪਲੋਮੈਟਾਂ ਦਾ ਟ੍ਰੇਨਿੰਗ ਪ੍ਰੋਗਰਾਮ ਚੱਲ ਰਿਹਾ ਸੀ। ਆਸਟ੍ਰੇਲੀਆਈ ਫਲੈਗ ਕੈਰੀਅਰ ਕੰਤਾਸ ਨੇ 3 ਸਾਲਾਂ ਤੋਂ ਵੱਧ ਸਮੇਂ ਦੇ ਵਿੱਚ ਪਹਿਲੀ ਵਾਰ ਮੈਲਬੌਰਨ ਅਤੇ ਟੋਕੀਓ ਵਿਚਾਲੇ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕੀਤੀਆਂ ਨੇ। ਇਹ ਸੇਵਾਵਾਂ ਕੋਵਿਡ-19 ਮਹਾਮਾਰੀ ਕਾਰਨ ਬੀਤੇ ਕਈ ਮਹੀਨਿਆਂ ਤੋਂ ਬੰਦ ਸਨ। ਸਮਾਚਾਰ ਏਜੰਸੀ ਸ਼ਿਨੂਆ ਦੀ ਰਿਪੋਰਟ ਦੇ ਮੁਤਾਬਕ ਕੰਤਾਸ ਨੇ ਇੱਕ ਬਿਆਨ 'ਚ ਕਿਹਾ ਕਿ ਮੈਲਬੌਰਨ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਟੋਕੀਓ ਦੇ ਹਨੇਦਾ ਅੰਤਰਰਾਸ਼ਟਰੀ ਹਵਾਈ ਅੱਡੇ ਵਿਚਕਾਰ ਨਾਨ-ਸਟਾਪ ਉਡਾਣਾਂ ਪ੍ਰਦਾਨ ਕਰਨ ਵਾਲੀ ਪਹਿਲੀ ਏਅਰਲਾਈਨ ਵਜੋਂ ਸਾਲ ਭਰ ਦੀਆਂ ਉਡਾਣਾਂ ਇੱਕ ਏਅਰਬਸ A330 ਏਅਰਕ੍ਰਾਫਟ ਦੇ ਹਫ਼ਤੇ 'ਚ 4 ਦਿਨ ਤੱਕ ਚੱਲਣਗੀਆਂ। ਨਵੀਂ ਸੇਵਾ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਟੋਕੀਓ ਦੇ ਡਾਊਨਟਾਊਨ ਦੇ ਲਈ ਮੁਸਾਫਰਾਂ ਨੂੰ ਨਰੀਤਾ ਹਵਾਈ ਅੱਡੇ ਦੇ ਪੂਰਬ ਮਹਾਮਾਰੀ ਵਾਲੇ ਰੂਟ ਦੀ ਤੁਲਨਾ ਵਿੱਚ ਲਗਭਗ 2 ਘੰਟੇ ਦੀ ਯਾਤਰਾ ਦੀ ਬਚਤ ਹੋਏਗੀ। ਕੰਤਾਸ ਦੇ ਘਰੇਲੂ ਅਤੇ ਅੰਤਰਰਾਸ਼ਟਰੀ CEO ਐਂਡਰਿਊ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਅਸੀਂ ਹੁਣ ਆਪਣੇ ਗਾਹਕਾਂ ਨੂੰ ਟੋਕੀਓ ਸ਼ਹਿਰ ਦੇ ਕੇਂਦਰ ਅਤੇ 3 ਪ੍ਰਮੁੱਖ ਪੂਰਬੀ ਤੱਟ ਆਸਟ੍ਰੇਲੀਅਨ ਸ਼ਹਿਰਾਂ ਤੋਂ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਤੱਕ ਬਹੁਤ ਆਸਾਨ ਪਹੁੰਚ ਦੀ ਪੇਸ਼ਕਸ਼ ਕਰਦੇ ਹਾਂ। ਉਹਨਾਂ ਨੇ ਅੱਗੇ ਕਿਹਾ ਕਿ ਵਿਕਟੋਰੀਆ ਵਿੱਚ ਸਾਡੇ ਗਾਹਕ ਇਸ ਰੂਟ ਦੀ ਵਾਪਸੀ ਦੀ ਉਡੀਕ ਕਰ ਰਹੇ ਨੇ। ਜਾਪਾਨ ਵਿੱਚ ਚੈਰੀ ਬਲੌਸਮ ਸੀਜ਼ਨ ਦਾ ਆਨੰਦ ਲੈਣ ਦੇ ਲਈ ਯਾਤਰੀਆਂ ਦੀਆਂ ਉਡਾਣਾਂ ਸ਼ੁਰੂ ਹੋਣਗੀਆਂ। 2015 ਵਿੱਚ ਯਮਨ ਨੇ 1 ਮਿਲੀਅਨ ਬੈਰਲ ਤੇਲ ਨਾਲ ਭਰੇ ਇੱਕ ਸੁਪਰ ਟੈਂਕਰ ਵੈਸਲ ਨੂੰ ਰੈੱਡ ਸੀ ਯਾਨੀ ਲਾਲ ਸਾਗਰ ਵਿੱਚ ਛੱਡ ਦਿੱਤਾ ਸੀ। ਹੁਣ 8 ਸਾਲ ਬਾਅਦ ਸੰਯੁਕਤ ਰਾਸ਼ਟਰ ਸੰਘੀ ਯਾਨੀ UN ਨੇ ਕਿਹਾ ਕਿ ਇਹ ਫੈਸਲਾ ਕਿਸੇ ਵੀ ਸਮੇਂ ਜਾਂ ਫਟ ਜਾਏਗਾ ਜਾਂ ਡੁੱਬ ਜਾਏਗਾ। ਇਸ ਨਾਲ ਯਮਨ ਸਣੇ 4 ਦੇਸ਼ਾਂ ਨੂੰ ਕਾਫੀ ਨੁਕਸਾਨ ਹੋਣ ਦੀ ਸ਼ੰਕਾ ਹੈ। ਯਮਨ ਵਿੱਚ UN ਦੇ ਚੀਫ ਡੇਵਿਡ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਰੈੱਡ ਸੀ ਵੀ ਬਲੈਕ ਸੀ ਵਿੱਚ ਬਦਲ ਜਾਏ, ਪਰ ਅਜਿਹਾ ਹੀ ਹੋਏਗਾ। ਸਫੇਡ ਨੂੰ 1976 ਵਿੱਚ ਇੱਕ ਜਾਪਾਨੀ ਕੰਪਨੀ ਹਿਟਾਚੀ ਨੇ ਬਣਾਇਆ ਸੀ। ਇਹ ਵੈਸਲ 362 ਮੀਟਰ ਲੰਬਾ ਹੈ ਤੇ ਉਸ ਦਾ ਭਾਰ 4,640 ਟਨ ਹੈ। ਸਾਲ 1988 ਵਿੱਚ ਯਮਨ ਦੀ ਇੱਕ ਕੰਪਨੀ ਨੇ ਇਸ ਨੂੰ ਸਟੋਰੇਜ ਸ਼ਿਪ ਵੈਸਲ ਵਿੱਚ ਬਦਲ ਦਿੱਤਾ ਸੀ ਤੇ ਇਸ ਵਿੱਚ ਤੇਲ ਰੱਖਣਾ ਸ਼ੁਰੂ ਕਰ ਦਿੱਤਾ ਸੀ। ਸਾਲ 2015 'ਚ ਯਮਨ 'ਚ ਹੂਤੀ ਵਿਦਰੋਹੀਆਂ ਤੇ ਸਾਊਦੀ ਦੇ ਸਮਰਥਨ ਵਾਲੀ ਸਰਕਾਰ 'ਚ ਗ੍ਰਹਿ ਯੁੱਧ ਛਿੜ ਗਿਆ, ਜਿਸ ਦੇ ਬਾਅਦ ਯਮਨ ਦੇ ਸਮੁੰਦਰ ਤੱਟ ਵਾਲਾ ਇਲਾਕਾ ਹੂਤੀ ਵਿਦਰੋਹੀਆਂ ਦੇ ਕਬਜ਼ੇ 'ਚ ਆ ਗਿਆ। ਇਲਾਕਾ ਕਬਜ਼ੇ ਵਿੱਚ ਆਉਂਦੇ ਹੀ ਵਿਦਰੋਹੀਆਂ ਨੇ ਸਭ ਤੋਂ ਪਹਿਲਾਂ ਸਾਰੀ ਲੋਕਲ ਤੇ ਇੰਟਰਨੈਸ਼ਨਲ ਸੰਸਥਾਵਾਂ ਦੇ ਇਲਾਕੇ 'ਚ ਦਾਖਲੇ ਤੇ ਪਾਬੰਦੀ ਲਗਾ ਦਿੱਤੀ। ਰੱਖ ਰਖਾਅ ਵਿੱਚ ਕਮੀ ਵਿੱਚ ਖਰਾਬ ਹੋ ਰਹੇ ਸਾਫੇਰ ਨੂੰ
ਠੀਕ ਕਰਨ ਲਈ ਹੁਤੀ ਵਿਦਰੋਹੀਆਂ ਨੇ ਯੂਐਨ ਨੂੰ ਵੀ ਆਗਿਆ ਨਹੀਂ ਦਿੱਤੀ। ਅਕਤੂਬਰ 2019 ਚ ਹਾਮ ਅਖਬਾਰ ਨਾਂ ਦੀ ਯਮਨ ਦੀ ਇੱਕ ਸੰਸਥਾ ਨੇ ਇਸ ਸਟੋਰੇਜ ਵੈਲ ਨੂੰ ਲੈ ਕੇ ਆਪਣੀ ਰਿਪੋਰਟ ਛਾਪੀ, ਜਿਸ ਵਿੱਚ ਦੱਸਿਆ ਗਿਆ ਸੀਗਾ ਕਿ ਇਸ ਵੈਸਲ ਤੋਂ ਤੇਲ ਠੀਕ ਹੋ ਸਕਦਾ ਹੈ, ਜਿਸ ਨਾਲ ਸਮੁੰਦਰ ਵਿੱਚ ਰਹਿਣ ਵਾਲੇ ਜੀਵਾਂ ਨੂੰ ਖਤਰਾ ਹੈ। ਇਸ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ।